ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਤਰੋਆ। ਜਿੱਥੇ ਬਾਬਾ ਪੈਰ ਧਰੈ, ਪੂਜਾ ਆਸਣ ਥਾਪਣ ਸੋਆ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਾਵਰ ਛਤਰ ਤਖਤ ਦੇ ਮਾਲਕ, ਮੁਜੱਸਮਾਏ ਆਬੇ ਹਯਾਤ, ਵਾਲੀਏ ਕੁਲ ਆਲਮ, ਸਮੁੱਚੀ ਮਨੁੱਖਤਾ ਦੇ ਰਹਿਬਰ, ਲੋਕ ਪਰਲੋਕ ਦੇ ਰੱਖਿਅਕ, ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਸ਼ਰਧਾ ਭਾਵਨਾ, ਬੜੇ ਪ੍ਰੇਮ ਸਹਿਤ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗੀ ਜਨੋ, ਆਪ ਵਡਭਾਗੇ ਹੋ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਿਤਾ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਬੜੀ ਸ਼ਰਧਾ ਸਹਿਤ ਮਨਾਉਂਦੇ ਹੋਏ ਹਾਜ਼ਰੀਆਂ ਭਰ ਰਹੇ ਹੋ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਿਮਾ, ਉਹਨਾਂ ਦੀਆਂ ਵਡਿਆਈਆਂ, ਉਹਨਾਂ ਦਾ ਜਸ ਆਪਣੀ ਰਸਨਾ ਦੇ ਦੁਆਰਾ ਕਰੀਏ ਔਰ ਆਪਣੇ ਕੰਨਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਉਸਤਤ ਸਰਵਣ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰਫਤਿਹ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਮਦ ਤੋਂ ਪਹਿਲਾਂ ਸੰਸਾਰ ਦੀ ਹਾਲਤ ਬੜੀ ਹੀ ਤਰਸਯੋਗ ਸੀ। ਭਾਈ ਗੁਰਦਾਸ ਜੀ ਉਸ ਸਮੇਂ ਦੇ ਬਾਰੇ ਆਪਣੀ ਬਾਣੀ ਦੇ ਵਿੱਚ ਇਉਂ ਫਰਮਾਨ ਕਰਦੇ ਨੇ, ਕਲ ਆਈ ਕੁੱਤੇ ਮੂੰਹੀ, ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵੰਦੇ, ਉਲਟੀ ਵਾੜ ਖੇਤ ਕਉ ਖਾਈ। ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁਖੋਂ ਆਲਾਈ। ਚੇਲੇ ਸਾਜ ਵਜਾਏਂਦੇ, ਨੱਚਨ ਗੁਰੂ ਬਹੁਤ ਵਿਦ ਭਾਈ। ਸੇਵਕ ਬੈਠਨ ਘਰਾਂ ਵਿੱਚ, ਗੁਰ ਉੱਠ ਘਰੀ ਤਿਨਾੜੇ ਜਾਈ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਇਸਤਰੀ ਪੁਰਖੈ ਦਾਮ ਹਿਤ, ਭਾਵੇਂ ਆਏ ਕਿਥਾਉ ਜਾਈ। ਵਰਤਿਆ ਪਾਪ ਸਬਸ ਜਗ ਮਾਹੀ। ਕਹਿਣ ਦਾ ਭਾਵ ਕਿ ਇਹ ਕਲਯੁਗ ਦਾ ਸਮਾਂ ਬੜਾ ਭਿਆਨਕ, ਲੋਕਾਂ ਦੇ ਅੰਦਰ ਲੋਭ ਬਹੁਤ ਪ੍ਰਬਲ ਸੀ ਤੇ ਲੋਕ ਹੱਕ ਸੱਚ ਦੀ ਕਮਾਈ ਛੱਡ ਕੇ ਪਾਪ ਦੀ ਕਮਾਈ ਖਾ ਰਹੇ ਸੀ। ਜਿਹੜੇ ਰਾਜੇ ਉਹ ਵੀ ਮਾਨੋ ਪਰਜਾ ਦੇ ਉੱਤੇ ਜ਼ੁਲਮ ਕਰ ਰਹੇ ਸੀ ਤੇ ਇਉਂ ਹਾਲਤ ਸੀ ਜਿਵੇਂ ਖੇਤ ਹੀ ਵਾੜ ਨੂੰ ਖਾ ਰਹੀ ਹੋਵੇ। ਤੇ ਜਿਹੜੇ ਲੋਕ ਸੀ, ਪਰਜਾ ਸੀ, ਉਹ ਵੀ ਬੇਸਮਝ
ਸਵਾਰਥੀ ਲੋਕ, ਝੂਠ ਦੇ ਉੱਤੇ ਹੀ ਉਹਨਾਂ ਦਾ ਸਾਰਾ ਪਹਿਰਾ ਸੀ, ਸੱਚ ਕਿਧਰੇ ਵੀ ਨਜ਼ਰ ਨਹੀਂ ਸੀ ਆਉਂਦਾ। ਗੁਰੂ ਅਤੇ ਚੇਲੇ ਦੀ ਸਾਂਝ ਬੜੀ ਪਵਿੱਤਰ ਸਾਂਝ ਹੁੰਦੀ ਹੈ, ਪਰ ਉਸ ਸਮੇਂ ਹਾਲਾਤ ਇਦਾਂ ਦੇ ਸੀ ਕਿ ਚੇਲੇ ਮਾਨੋ ਸਾਜ਼ ਵਜਾਉਂਦੇ ਸੀ ਤੇ ਗੁਰੂ ਉੱਠ ਕੇ ਨੱਚਦੇ ਸਨ। ਸੇਵਕ ਘਰਾਂ ਵਿੱਚ ਬੈਠੇ ਸੀ ਤੇ ਗੁਰੂ ਲੱਭਣ ਜਾਂਦੇ ਸੀ ਕਿ ਮੈਂ ਕੋਈ ਆਪਣੇ ਚੇਲੇ ਹੀ ਬਣਾ ਲਵਾਂ, ਨਹੀਂ ਤੇ ਸੇਵਕ ਲੋਕ ਗੁਰੂ ਦੀ ਭਾਲ ਕਰਦੇ ਨੇ ਕਿ ਸਾਨੂੰ ਕੋਈ ਸੱਚਾ ਗੁਰੂ ਮਿਲ ਜਾਵੇ। ਪਰ ਉਦੋਂ ਘਰ ਘਰ ਗੁਰੂ ਬਣੇ ਬੈਠੇ ਸੀ ਤੇ ਚੇਲਿਆਂ ਦੀ ਕਮੀ ਸੀ, ਤੇ ਗੁਰੂ ਇੱਕ ਦੂਜੇ ਨੂੰ ਕਹਿੰਦੇ ਫਿਰਦੇ ਸੀ ਕਿ ਤੂੰ ਮੇਰਾ ਚੇਲਾ ਬਣ ਭਾਈ। ਇਦਾਂ ਦੀ ਹਾਲਤ ਬਣੀ ਪਈ ਸੀ। ਕਾਜੀ ਇੱਕ ਬੜਾ ਵੱਡਾ ਰੁਤਬਾ ਸੀ, ਜਿਸ ਤਰ੍ਹਾਂ ਅੱਜ ਅਸੀਂ ਜੱਜ ਦੀ ਪਦਵੀ ਕਹਿ ਲਈਏ। ਕਾਜੀ ਦੇ ਹੱਥ ਵਿੱਚ ਲੋਕਾਂ ਦੇ ਫੈਸਲੇ ਕਰਨ ਦੀ ਤਾਕਤ ਸੀ, ਪਰ ਉਹ ਰਿਸ਼ਵਤ ਲੈ ਕੇ, ਵਢੀ ਲੈ ਕੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਸਾਬਤ ਕਰ ਰਹੇ ਸਨ। ਇਸਤਰੀ ਅਤੇ ਪੁਰਖ ਦਾ ਰਿਸ਼ਤਾ, ਜਿਹੜਾ ਪਤੀ ਪਤਨੀ ਦਾ, ਬੜਾ ਪਾਕ ਪਵਿੱਤਰ ਰਿਸ਼ਤਾ ਹੈ, ਪਰ ਇਸ ਰਿਸ਼ਤੇ ਵਿੱਚ ਵੀ ਕੇਵਲ ਮਾਇਆ ਹੀ ਪ੍ਰਧਾਨ ਸੀ, ਦਮੜਾ ਹੀ ਪ੍ਰਧਾਨ ਸੀ। ਔਰਤ ਕਿੱਥੋਂ ਆਈ, ਕਿੱਥੇ ਜਾਂਦੀ ਹੈ, ਪਤੀ ਕਿੱਥੇ ਜਾਂਦਾ ਹੈ, ਕਿੱਥੋਂ ਧਨ ਲਿਆਉਂਦਾ, ਇਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ, ਬਸ ਧਨ ਚਾਹੀਦਾ ਸੀ। ਕਹਿਣ ਦਾ ਭਾਵ ਸਾਰੇ ਪਾਸੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਾਪ ਵਰਤ ਚੁੱਕਾ ਸੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਜ਼ਿਕਰ ਕਰਦੇ ਹਨ ਕਿ ਭਇਓ ਭਾਰ ਧਰ ਪਰ ਅਧਕ, ਧਰਮ ਧਰਤ ਨਹੀਂ ਧੀਰ, ਭਾਉ ਭਗਤ ਨਹਿ ਜਗਤ ਮੈਂ, ਬਿਕਲ ਪਈ ਭੈ ਭੀਰ। ਕਹਿਣ ਦਾ ਭਾਵ ਕਿ ਧਰਤੀ ਉੱਤੇ ਬਹੁਤ ਬੋਝ ਪਾਪਾਂ ਦਾ ਪੈ ਚੁੱਕਾ ਸੀ। ਧਰਤੀ ਦੇ ਕੋਲੋਂ ਟਿਕੇ ਰਹਿਣਾ ਬੜਾ ਔਖਾ ਹੋ ਗਿਆ ਸੀ, ਅਤੇ ਇਸ ਧਰਤੀ ਉੱਤੇ ਇੰਨੇ ਪਾਪ ਹੋਏ, ਬੜੀਆਂ ਪੁਕਾਰਾਂ ਧਰਤੀ ਨੇ ਵੀ ਕੀਤੀਆਂ। ਲੋਕ ਵੀ ਅਸੀਂ ਵੇਖਦੇ ਹਾਂ, ਬਾਣੀ ਵਿੱਚੋਂ ਵੀ ਪ੍ਰਮਾਣ ਮਿਲ ਜਾਂਦੇ ਨੇ। ਭਗਤ ਨਾਮਦੇਵ ਜੀ ਕਿੱਡੀਆਂ ਉੱਚੀਆਂ ਪਾਕ ਪਵਿੱਤਰ ਰੂਹਾਂ ਸਨ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਪਰ ਉਹਨਾਂ ਨੂੰ ਕਿਵੇਂ ਦੇਖੋ ਮੰਦਰਾਂ ਵਿੱਚੋਂ ਧੱਕੇ ਮਾਰੇ ਜਾਂਦੇ ਨੇ। ਆਲਾ ਬੰਤੀਏ ਭ੍ਰਮ ਜੋ ਹੈ ਮੁਝ ਉੱਪਰ ਸਭ ਕੋਪਲਾ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਵੀ ਠੁਲਾ। ਜਦੋਂ ਇਉਂ ਪੁਕਾਰਾਂ ਹੋ ਰਹੀਆਂ ਸਨ ਤਾਂ ਉਹੀ ਪੁਕਾਰਾਂ ਸਮੁੱਚੀ ਲੁਕਾਈ ਦੀਆਂ ਵਾਹਿਗੁਰੂ ਜੀ ਦੇ ਦਰ ਤੇ ਸੁਣੀਆਂ ਗਈਆਂ। ਤੇ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਦੇਵ ਸੱਚੇ ਪਿਤਾ ਮਹਾਰਾਜ ਜੀ ਦੀ ਆਮਦ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ, ਜਿਸ ਦਾ ਅੱਜ ਕੱਲ੍ਹ ਨਾਮ ਸ਼੍ਰੀ ਨਨਕਾਣਾ ਸਾਹਿਬ ਅਸੀਂ ਬੜੇ ਅਦਬ ਦੇ ਨਾਲ ਲੈਂਦੇ ਹਾਂ, ਉਸ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਨਾਨਕ ਦੇਵ ਸੱਚੇ ਪਿਤਾ ਮਹਾਰਾਜ ਜੀ ਦੇ ਜਦੋਂ ਅਸੀਂ ਪੁਰਖਿਆਂ ਦੀ ਗੱਲ ਕਰਦੇ ਹਾਂ ਤਾਂ ਤਰਨ ਤਾਰਨ ਸਾਹਿਬ ਦੇ ਨੇੜੇ ਜੋ ਡੇਰਾ ਸਾਹਿਬ ਅਸਥਾਨ, ਉਸ ਇਲਾਕੇ ਦਾ ਪਹਿਲਾ ਨਾਮ ਪੱਠੇਵਿੰਡ ਸੀ। ਇਸ ਪੱਠੇਵਿੰਡ ਪਿੰਡ ਦੇ ਵਿੱਚ ਇੱਕ ਰਾਮ ਨਰਾਇਣ ਜੀ ਨਾਮ ਦੇ ਬੇਦੀ ਕੁਲ ਦੇ ਖੱਤਰੀ ਵਸਦੇ ਹਨ। ਰਾਮ ਨਰਾਇਣ ਜੀ ਦੇ ਘਰ ਇੱਕ ਸੁਪੁੱਤਰ ਹੈ, ਜਿਸ ਦਾ ਨਾਮ ਸ਼ਿਵ ਰਾਮ ਰੱਖਿਆ ਗਿਆ। ਜਦੋਂ ਸ਼ਿਵ ਰਾਮ ਜੀ ਜਵਾਨ ਹੋਏ, ਉਹਨਾਂ ਦਾ ਵਿਆਹ ਬਨਾਰਸੀ ਦੇਵੀ ਜੀ ਦੇ ਨਾਲ ਹੋਇਆ। ਸ਼ਿਵ ਰਾਮ ਔਰ ਬਨਾਰਸੀ ਦੇਵੀ ਦੇ ਘਰ 2 ਪੁੱਤਰ ਜਨਮੇ। ਇੱਕ ਦਾ ਨਾਮ ਕਲਿਆਣ ਚੰਦ ਜੀ, ਦੂਸਰੇ ਪੁੱਤਰ ਦਾ ਨਾਮ ਲਾਲ ਚੰਦ ਰੱਖਿਆ ਗਿਆ। ਅਤੇ ਜੋ ਕਲਿਆਣ ਚੰਦ ਜੀ ਸਨ, ਉਹ ਜਦੋਂ ਜਵਾਨ ਹੋਏ, ਉਹਨਾਂ ਦਾ ਵਿਆਹ ਚਾਹਲ ਪਿੰਡ ਵਿੱਚ ਭਾਈ ਰਾਮਾ ਜੀ ਇੱਕ ਵਿਅਕਤੀ ਵਸਦੇ ਹਨ,
ਅਤੇ ਭਾਈ ਰਾਮਾ ਦੀ ਪਤਨੀ ਬੀਬੀ ਪਿਰਾਈ ਜੀ। ਬੀਬੀ ਪਿਰਾਈ ਅਤੇ ਭਾਈ ਰਾਮਾ ਦੇ ਘਰ 2 ਸੁਪੁੱਤਰੀਆਂ ਔਰ 1 ਪੁੱਤਰ ਸੀ। 2 ਪੁੱਤਰੀਆਂ ਦੇ ਨਾਮ ਇਸ ਤਰ੍ਹਾਂ ਹਨ, ਬੀਬੀ ਤ੍ਰਿਪਤਾ ਜੀ ਅਤੇ ਬੀਬੀ ਲੱਖੋ ਜੀ। ਅਤੇ 1 ਸੁਪੁੱਤਰ ਵੀ ਸੀ ਭਾਈ ਰਾਮਾ ਜੀ ਦਾ, ਜਿਨ੍ਹਾਂ ਦਾ ਨਾਮ ਕ੍ਰਿਸ਼ਨਾ। ਕਹਿਣ ਦਾ ਭਾਵ, ਜਿਹੜੀ ਬੀਬੀ ਤ੍ਰਿਪਤਾ ਸੀ ਉਹਦੇ ਨਾਲ ਮਹਿਤਾ ਕਾਲੂ ਜੀ ਦਾ ਵਿਆਹ ਹੋਇਆ। ਮਹਿਤਾ ਕਾਲੂ ਜੀ ਉਹਨਾਂ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਜਗਤ ਗੁਰੂ ਕਲ ਤਾਰਕ ਮਹਾਨ ਸਤਿਗੁਰੂ ਰਹਿਮਤਾਂ ਦੇ ਦਾਤੇ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੋਇਆ। ਇਹ ਜਿਹੜੇ ਰਿਸ਼ਤੇ ਨਾਤੇ ਆਪ ਜੀ ਨੇ ਸਰਵਣ ਕੀਤੇ ਨੇ, ਗੁਰੂ ਨਾਨਕ ਦੇਵ ਸੱਚੇ ਪਿਤਾ ਮਹਾਰਾਜ ਜੀ ਦੇ ਦਾਦਾ ਜੀ ਦਾ ਨਾਮ ਸ਼ਿਵ ਰਾਮ ਅਤੇ ਦਾਦੀ ਬਨਾਰਸੀ ਦੇਵੀ। ਗੁਰੂ ਨਾਨਕ ਦੇਵ ਜੀ ਦੇ ਪੜਦਾਦਾ ਜੀ ਦਾ ਨਾਮ ਰਾਮ ਨਾਰਾਇਣ ਜੀ ਸੀ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਨਾਨਕਾ ਪਰਿਵਾਰ ਨਾਨਾ ਭਾਈ ਰਾਮਾ ਜੀ, ਨਾਨੀ ਬੀਬੀ ਪਿਰਾਈ ਅਤੇ ਮਾਮਾ ਜੀ ਦਾ ਨਾਮ ਕ੍ਰਿਸ਼ਨਾ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਾਸੀ ਜਿਨ੍ਹਾਂ ਦਾ ਨਾਮ ਬੀਬੀ ਲੱਖੋ ਕਰਕੇ ਸੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਖੂਬ ਖੁਸ਼ੀ ਮਨਾਈ ਗਈ ਅਤੇ ਇੱਕ ਬੀਬੀ ਦੌਲਤਾਂ ਦਾਈ, ਜਿਹੜੀ ਕਿੰਨੀ ਹੀ ਦੇਰ ਤੋਂ ਮਹਿਤਾ ਕਾਲੂ ਜੀ ਨੂੰ ਇਹ ਆਖਦੀ ਆ ਰਹੀ ਸੀ ਕਿ ਮਾਲਕ ਤੇਰੇ ਘਰ ਖੁਸ਼ੀਆਂ ਬਖਸ਼ੇ, ਤੇਰੇ ਘਰ ਪੁੱਤਰ ਜਨਮੇ, ਤਾਂ ਕਿ ਫਿਰ ਮੈਂ ਤੇਰੇ ਕੋਲੋਂ ਕਾਫੀ ਸਾਰਾ ਧਨ ਦੌਲਤ ਤੋਹਫੇ ਦੇ ਵਜੋਂ ਪ੍ਰਾਪਤ ਕਰਾਂਗੀ। ਮਹਿਤਾ ਕਾਲੂ ਜੀ ਉਸ ਬੀਬੀ ਦੌਲਤਾਂ ਦਾਈ ਨੂੰ ਇਹ ਕਹਿੰਦਿਆਂ ਵੇਖ ਹੱਸ ਛੱਡਦੇ ਸਨ, ਜਿਹਦਾ ਭਾਵ ਸੀ ਕਿ ਉਹ ਸਮਾਂ ਆਵੇਗਾ ਤੇ ਤੁਹਾਡੀ ਇੱਛਾ ਪੂਰਨ ਕੀਤੀ ਜਾਵੇਗੀ। ਅੱਜ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਤਾਂ ਉਸ ਦੌਲਤਾਂ ਦਾਈ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਨਿਹਾਲ ਹੋ ਗਈ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੀਦਾਰ ਐਸੇ ਹਨ। ਬਾਣੀ ਵਿੱਚ ਬੜਾ ਪਿਆਰਾ ਵਚਨ ਆਉਂਦਾ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਧਰਿਆ ਰੇ, ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਕਿ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰ ਲਏ, ਉਹ ਤੇ ਆਵਾਗਵਣ ਤੋਂ ਮੁਕਤ ਹੋ ਗਿਆ। ਬਚਨ ਆਉਂਦਾ, ਜਿਹ ਕਾਟੀ ਸਿਲਕ ਦਇਆਲ ਪ੍ਰਭ, ਸੇ ਜਨ ਲੱਗੇ ਭਗਤੇ, ਹਰ ਗੁਰ ਨਾਨਕ ਜਿਨ ਪਰਸਿਓ, ਤੇ ਇਤ ਉਤ ਸਦਾ ਮੁਕਤੇ। ਬੀਬੀ ਦੌਲਤਾਂ ਨੂੰ ਮਹਿਤਾ ਕਾਲੂ ਜੀ ਜਦੋਂ ਕੁਝ ਧਨ ਦੌਲਤ ਦੇਣ ਲੱਗੇ ਤਾਂ ਬੀਬੀ ਦੌਲਤਾਂ ਆਖਦੀ ਹੈ ਕਿ ਨਾਮ ਤਾਂ ਮੇਰੇ ਮਾਂ-ਬਾਪ ਨੇ ਵੀ ਮੇਰਾ ਦੌਲਤਾਂ ਰੱਖਿਆ ਸੀ, ਪਰ ਦੌਲਤ ਕਦੇ ਵੇਖੀ ਕੋਈ ਨਹੀਂ ਸੀ, ਗਰੀਬੀ ਸੀ, ਤੰਗੀ ਤੁਰਸ਼ੀ ਦੇ ਦਿਨ ਬਤੀਤ ਕਰਦੀ ਆ। ਪਰ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਮੇਰੇ ਅੰਦਰ ਇੱਕ ਬੜੀ ਤਬਦੀਲੀ ਪ੍ਰਾਪਤ ਹੋਈ ਹੈ, ਇੱਕ ਤਬਦੀਲੀ ਆਈ ਹੈ ਕਿ ਮੈਨੂੰ ਕੁਝ ਮੰਗਣ ਨੂੰ ਅੱਜ ਮਹਿਤਾ ਕਾਲੂ ਜੀ ਚੇਤੀ ਨਹੀਂ ਕਰਦਾ। ਤੇ ਮੈਂ ਇਹ ਮਹਿਸੂਸ ਕੀਤਾ ਮਹਿਤਾ ਕਾਲੂ ਜੀ ਕਿ ਤੁਹਾਡੇ ਘਰ ਇਹ ਜਿਹੜਾ ਬਾਲਕ ਜਨਮਿਆ, ਇਹ ਕੋਈ ਰੱਬੀ ਪੁਰਖ ਹੈ, ਕੋਈ ਰੱਬੀ, ਕੋਈ ਨਰਾਨੀ ਰੂਹ ਹੈ, ਇਹ ਸਧਾਰਨ ਬਾਲਕ ਨਹੀਂ ਹੈ। ਜਦੋਂ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਪੱਤਰੀ ਬਣਾਉਣ ਵਾਸਤੇ ਪੰਡਤ ਹਰਦਿਆਲ ਨੂੰ ਬੁਲਾਇਆ ਤਾਂ ਉਹ ਦਾਈ ਨੂੰ ਪੁੱਛਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਸ ਬਾਲਕ ਦੇ ਜਨਮ ਸਮੇਂ ਦਾ ਸਾਰਾ ਬਿਰਤਾਂਤ ਮੈਨੂੰ ਸੁਣਾਓ। ਤਾਂ ਉਹ ਦੌਲਤਾਂ ਦਾਈ ਆਖਦੀ ਆ, ਬਹੁ ਸਿਸ ਜਨਮੇ ਮਮ ਕਰ ਮਾਹੀ, ਜੈ ਅਚਰਜ ਕਬ ਦੇਖਿਓ ਨਾਹੀ, ਦੀਰਘ ਨਰ ਜਿਉ ਬਿਕਸ ਮਿਲੇ ਹੈ, ਤਿਉ ਇਨੇ ਸ਼ਬਦ ਭਲੇ ਹੈ। ਤਾਂ ਉਸਨੇ ਕਿਹਾ ਕਿ ਸ਼ੁਭ ਲੱਛਣ ਸ਼ੁਭ ਅੰਗਨ ਮਾਹੀ, ਆਨ ਨਰਨ ਜਿਉ ਇਹ ਨਰ ਨਾਹੀ।
ਉਹ ਆਖਣ ਲੱਗੀ ਕਿ ਜਦੋਂ ਇਸ ਬਾਲਕ ਦਾ ਜਨਮ ਹੋਇਆ, ਇੱਕ ਤਾਂ ਬੜਾ ਜਿਹੜਾ ਪ੍ਰਕਾਸ਼ ਹੋਇਆ ਇਸ ਕਮਰੇ ਦੇ ਅੰਦਰ, 8 ਨੁੱਕਰਾਂ ਵਾਲਾ ਦੀਵਾ ਬਲਦਾ ਪਿਆ ਸੀ, ਉਹਦੀ ਲੋ ਵੀ ਮੱਧਮ ਪੈ ਗਈ, ਅਤੇ ਇਹ ਬਾਲਕ ਹੱਸਦੇ ਹੋਏ ਨੇ ਜਨਮ ਲਿਆ। ਨਹੀਂ ਤੇ ਬਾਲਕ ਰੋਂਦੇ ਨੇ। ਰੋਣ ਦੀ ਨਿਸ਼ਾਨੀ ਨੂੰ ਬਾਲਕ ਦੀ ਤੰਦਰੁਸਤੀ ਮੰਨਿਆ ਜਾਂਦਾ, ਪਰ ਇਹ ਬਾਲਕ ਤੇ ਹੱਸਦਾ ਹੋਇਆ ਜਨਮਿਆ। ਤੇ ਇਉਂ ਮੈਨੂੰ ਲੱਗਿਆ ਵੀ ਮੇਰੇ ਨਾਲ ਇਹਨੇ ਗੱਲਾਂ ਵੀ ਕੀਤੀਆਂ, ਜਿਵੇਂ ਕੋਈ ਵੱਡਾ, ਕੋਈ ਸਿਆਣਾ ਦਾਨਾ ਪੁਰਖ ਗੱਲਾਂ ਕਰ ਰਿਹਾ ਹੋਵੇ। ਗੁਰੂ ਨਾਨਕ ਸਾਹਿਬ ਮਹਾਰਾਜ ਰੱਬੀ ਪੁਰਖ ਸਨ, ਰੱਬੀ ਰੂਹ ਸਨ, ਆਪ ਨਰੈਣ ਕਲਾ ਧਾਰ, ਜਗ ਮਹਿ ਪਰਵਰਿਓ। ਗੁਰੂ ਨਾਨਕ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੂੰ ਜਦੋਂ ਪਾਦੇ ਪਾਸ ਪੜ੍ਹਨੇ ਪਾਇਆ ਜਾਂਦਾ ਹੈ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਪੜ੍ਹਾਉਣ ਵਾਲਿਆਂ ਨੂੰ ਵੀ ਸਮਝਾਉਂਦੇ ਹਨ ਕਿ ਅਸਲ ਵਿੱਚ ਜਿਹੜੀ ਵਿਦਿਆ ਹੈ, ਜਿਹੜਾ ਲੇਖਾ ਲਿਖਣਾ ਹੈ, ਉਹ ਕੁਝ ਐਸਾ ਹੋਵੇ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਕਿ ਜੇ ਕੁਝ ਲਿਖਣਾ ਹੀ ਹੈ, ਉਹ ਦੁਨੀਆ ਦੇ ਧਨ ਦੌਲਤ ਦੇ ਲੇਖੇ ਜੋਖੇ ਨਹੀਂ, ਕੋਈ ਰੱਬ ਦੇ ਨਾਮ ਦਾ ਲੇਖਾ ਲਿਖਿਆ ਜਾਵੇ। ਗੁਰੂ ਨਾਨਕ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਸਭ ਨੂੰ ਆਪਣੇ ਗਿਆਨਮਈ ਜਿਹੜੀਆਂ ਗੱਲਾਂ ਸਨ ਹੈਰਾਨ ਕਰ ਦਿੱਤਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੂੰ ਕੁਤਬਦੀਨ ਮੌਲਵੀ ਦੇ ਕੋਲ ਪੜ੍ਹਨ ਵਾਸਤੇ ਭੇਜਿਆ ਗਿਆ। ਤੇ ਜਦੋਂ ਮਹਾਰਾਜ ਕੁਤਬਦੀਨ ਦੇ ਕੋਲੋਂ ਵਾਪਸ ਆਏ ਪੜ੍ਹ ਕੇ, ਉਹ ਘਰ ਨਾ ਆਏ, ਖੇਤਾਂ ਦੇ ਵਿੱਚ ਬੈਠ ਗਏ ਖਾਮੋਸ਼। ਪਿਤਾ ਜੀ ਲੈਣ ਵਾਸਤੇ ਗਏ, ਕੋਈ ਵਚਨ ਨਾ ਕੀਤਾ। ਬਹੁਤ ਸਾਰਾ ਪਿੰਡ ਵਾਲਿਆਂ ਦਾ ਇਕੱਠ ਹੋ ਗਿਆ, ਸਾਰੇ ਆ ਗਏ ਕਿ ਨਾਨਕ ਜੀ ਖਾਮੋਸ਼ ਕਿਉਂ ਨੇ, ਬੋਲਦੇ ਕਿਉਂ ਨਹੀਂ ਕੁਝ। ਤਾਂ ਮਹਿਤਾ ਕਾਲੂ ਜੀ ਕਾਜੀ ਕੁਤਬਦੀਨ ਨੂੰ ਵੀ ਬੁਲਾ ਲਿਆਏ ਕਿ ਤੁਸੀਂ ਪੁੱਛੋ ਉਹਨਾਂ ਨੂੰ ਵੀ ਕੀ ਗੱਲ ਹੈ। ਕਾਜੀ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛਦਾ, ਨਾਨਕ ਜੀ ਤੁਸੀਂ ਇੱਥੇ ਬੈਠੇ ਕੀ ਕਰਦੇ ਹੋ? ਜਦੋਂ ਕਾਜੀ ਨੇ ਪੁੱਛਿਆ ਨਾ, 1-2 ਵਾਰ ਆਖਿਆ, ਨਾਨਕ ਜੀ ਤੁਸੀਂ ਇੱਥੇ ਬੈਠੇ ਕੀ ਕਰਦੇ ਹੋ? ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਜੋ ਕਰਨ ਆਏ ਹਾਂ ਉਹ ਕਰਦੇ ਹਾਂ। ਭਾਵ ਅਸੀਂ ਪਰਮਾਤਮਾ ਦੀ ਭਗਤੀ ਕਰਨ ਆਏ ਹਾਂ, ਰੱਬ ਦੀ ਭਗਤੀ ਕਰਦੇ ਹਾਂ। ਕਾਜੀ ਆਖਣ ਲੱਗਾ, ਅਜੇ ਤੁਸੀਂ ਬਚਪਨ ਵਿੱਚੋਂ ਪੜ੍ਹੋ ਲਿਖੋ, ਜਵਾਨ ਹੋਵੋ, ਫਿਰ ਤੁਹਾਡਾ ਵਿਆਹ ਕੀਤਾ ਜਾਏਗਾ। ਮਾਂ ਬਾਪ ਨੂੰ ਸੁੱਖ ਦਿਓ, ਮਾਂ ਬਾਪ ਦਾ ਕਹਿਣਾ ਮੰਨੋ, ਖੂਬ ਕਿਰਤ ਕਮਾਈ ਕਰੋ। ਤੇ ਕਾਜੀ ਆਪਣੇ ਚਿੱਟੇ ਦਾੜੇ ਉੱਤੇ ਹੱਥ ਮਾਰ ਕੇ ਕਹਿੰਦਾ, ਜਦੋਂ ਮੇਰੇ ਵਰਗੇ ਹੋ ਗਏ ਨਾ, ਫਿਰ ਤੁਸੀਂ ਭਗਤੀ ਵੀ ਕਰ ਲਿਓ। ਭਾਵ ਜਦੋਂ ਤੁਸੀਂ ਮੇਰੀ ਉਮਰ 'ਚ ਆ ਗਏ, ਉਦੋਂ ਤੁਸੀਂ ਭਗਤੀ ਕਰ ਲਿਓ। ਤੇ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਮਹਾਰਾਜ ਕਾਜੀ ਨੂੰ ਆਖਦੇ ਨੇ ਕਿ ਕਾਜੀ ਸਾਹਿਬ ਕੀ ਪਤਾ ਅਸੀਂ ਤੁਹਾਡੀ ਵਰਗੀ ਉਮਰ ਤੱਕ ਪਹੁੰਚਣਾ ਵੀ ਹੈ ਕਿ ਨਹੀਂ, ਕਿਉਂਕਿ ਸਾਡਾ ਤਾਂ ਮੰਨਣਾ ਇਹ ਹੈ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਕਾਜੀ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਕਿ ਬੰਦਗੀ ਇਹ ਕਹਿ ਕੇ ਟਾਲਣ ਵਾਲੀ ਚੀਜ਼ ਨਹੀਂ ਹੈ ਵੀ ਫਿਰ ਅਸੀਂ ਨਾਮ ਜਪ ਲਾਂਗੇ। ਮਹਾਰਾਜ ਜੀ ਕਹਿੰਦੇ ਨਹੀਂ, ਵਾਹਿਗੁਰੂ ਦੀ ਭਗਤੀ ਤਾਂ ਅੱਜ ਹੀ, ਹੁਣੇ ਹੀ ਆਰੰਭ ਕਰਨੀ ਚਾਹੀਦੀ ਹੈ, ਕਿਉਂਕਿ ਪਤਾ ਨਹੀਂ ਕਿ ਕਦੋਂ ਮਾਲਕ ਦੇ ਘਰੋਂ ਕਿਸੇ ਨੂੰ ਸਦੀਵੀ ਸੱਦਾ ਆ ਪਹੁੰਚਣਾ। ਇਸ ਕਰਕੇ ਰੱਬ ਦੀ ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਜੀਵਨ ਦੀ ਸਫਲਤਾ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਸਭਨਾਂ ਨੂੰ ਸੱਚ ਦਾ ਉਪਦੇਸ਼ ਬਖਸ਼ਿਸ਼ ਕੀਤਾ। ਇਸੇ ਤਲਵੰਡੀ ਨਗਰੀ ਹੀ, ਜਿਹਨੂੰ ਅਸੀਂ ਰਾਏ ਭੋਏ ਦੀ ਤਲਵੰਡੀ ਆਖਦੇ ਹਾਂ, ਰਾਏ ਭੋਏ ਇਸ ਦੀ ਧੀ ਦੌਲਤ ਖਾਂ ਲੋਧੀ ਨੂੰ ਵਿਆਹੀ ਹੋਈ ਸੀ, ਜਿਹੜਾ ਦੌਲਤ ਖਾਂ ਲੋਧੀ ਸੁਲਤਾਨਪੁਰ ਲੋਧੀ ਦਾ ਨਵਾਬ ਸੀ। ਦੌਲਤ ਖਾਂ ਨੇ ਇਹ ਜਿਹੜੀ ਸਾਰੀ ਜ਼ਮੀਨ ਜਾਇਦਾਦ, ਬਹੁਤ ਸਾਰੇ ਪਿੰਡ
ਆਪਣੇ ਸਹੁਰੇ ਰਾਏ ਭੋਏ ਨੂੰ ਦਿੱਤੇ ਸਨ। ਰਾਏ ਭੋਏ ਦਾ ਸੁਪੁੱਤਰ ਸੀ ਰਾਏ ਬੁਲਾਰ, ਜਿਹਦੇ ਪਾਸ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਕਲਿਆਣ ਚੰਦ ਜੀ ਉਹ ਪਟਵਾਰੀ ਦੀ ਨੌਕਰੀ ਕਰਦੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਦੋਂ ਮਹਿਤਾ ਕਾਲੂ ਜੀ ਨੇ 20 ਰੁਪਈਏ ਸੱਚਾ ਸੌਦਾ ਕਰਨ ਵਾਸਤੇ ਭੇਜਿਆ, ਮਹਾਰਾਜ ਜੀ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਉਹਨਾਂ ਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦਾ ਸਿਧਾਂਤ ਸਮਝਾਇਆ। ਤੇ ਮਹਿਤਾ ਕਾਲੂ ਜੀ ਨੂੰ ਪਤਾ ਲੱਗਣ ਤੇ ਉਹ ਨਾਰਾਜ਼ ਹੋਏ, ਗੁੱਸੇ ਹੋਏ। ਰਾਏ ਬੁਲਾਰ ਨੇ ਵਿੱਚ ਪੈ ਕੇ ਮਹਿਤਾ ਕਾਲੂ ਜੀ ਨੂੰ ਸਮਝਾ ਦਿੱਤਾ। ਤੇ ਰਾਏ ਬੁਲਾਰ ਨੇ ਕੁਝ ਕੌਤਕ ਵੇਖੇ ਇਸ ਨਗਰੀ ਦੇ ਵਿੱਚ ਕਿ ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖੜੇ ਉੱਤੇ ਇੱਕ ਫਨੀਅਰ ਨਾਗ ਆਪਣਾ ਫਨ ਖਿਲਾਰ ਕੇ ਛਾਂ ਕਰਕੇ ਬੈਠਾ। ਤੇ ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਲੇਟੇ ਹੋਏ ਨੇ, ਸਭ ਦਰਖਤਾਂ ਦੇ ਪਰਛਾਵੇਂ ਢਲ ਚੁੱਕੇ ਸਨ, ਪਰ ਜਿਸ ਰੁੱਖ ਦੇ ਥੱਲੇ ਗੁਰੂ ਨਾਨਕ ਸਾਹਿਬ ਜੀ ਲੇਟੇ ਹੋਏ ਸਨ ਉਹ ਉਸ ਰੁੱਖ ਦੀ ਛਾਂ ਢਲੀ ਨਹੀਂ। ਉਹ ਕੌਤਕ ਵੇਖ ਕੇ ਰਾਏ ਬੁਲਾਰ ਹੈਰਾਨ ਰਹਿ ਗਿਆ। ਤੇ ਉਸ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਬਹੁਤ ਵਾਰ ਕਿਹਾ ਸੀ ਕਿ ਆਪਣੇ ਪੁੱਤਰ ਨੂੰ ਕੇਵਲ ਪੁੱਤਰ ਹੀ ਨਾ ਜਾਣੋ, ਇਹ ਤਾਂ ਕੋਈ ਰੱਬੀ ਸ਼ਕਤੀਆਂ ਦਾ ਮਾਲਕ ਸੰਸਾਰ ਦੇ ਉੱਤੇ ਆਇਆ ਹੈ। ਅੱਗੇ ਤੋਂ ਮਹਿਤਾ ਕਾਲੂ ਜੀ, ਤੁਹਾਡਾ ਕੋਈ ਵੀ ਨੁਕਸਾਨ ਹੋਵੇ ਤਾਂ ਤੁਸੀਂ ਨਾਨਕ ਜੀ ਨੂੰ ਕੁਝ ਨਾ ਕਹਿਣਾ, ਤੇ ਮੇਰੇ ਕੋਲੋਂ ਹੋਏ ਨੁਕਸਾਨ ਤੋਂ ਦੁੱਗਣਾ ਰਕਮ, ਦੁੱਗਣਾ ਪੈਸਾ ਤੁਸੀਂ ਮੇਰੇ ਕੋਲੋਂ ਪ੍ਰਾਪਤ ਕਰ ਲਿਓ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੀਦਾਰ, ਉਹਨਾਂ ਦੀ ਵਡਿਆਈ ਦਾ ਅਨੁਭਵ ਜਦੋਂ ਦਾ ਰਾਏ ਬੁਲਾਰ ਨੂੰ ਹੋਇਆ, ਰਾਏ ਬੁਲਾਰ ਦੇ ਸਾਥੀ ਵੀ ਪੁੱਛਦੇ ਸਨ, ਰਾਏ ਸਾਹਿਬ ਕੁਝ ਸਮੇਂ ਤੋਂ ਤੁਸੀਂ ਬਦਲੇ ਲੱਗਦੇ ਹੋ। ਪਹਿਲਾਂ ਤਾਂ ਅਸੀਂ ਤੁਹਾਡੇ ਕੋਲ ਬੈਠਦੇ ਮਾਇਆ ਦੀਆਂ ਗੱਲਾਂ ਤੁਸੀਂ ਸੁਣਾਉਂਦੇ, ਕੁਝ ਸਮੇਂ ਤੋਂ ਅਸੀਂ ਮਹਿਸੂਸ ਕਰਦੇ ਹਾਂ, ਸਾਨੂੰ ਇਉਂ ਨਹੀਂ ਲੱਗਦਾ ਵੀ ਅਸੀਂ ਰਾਏ ਬੁਲਾਰ ਆਪਣੇ ਮਿੱਤਰ ਦੇ ਕੋਲ ਬੈਠੇ ਹੋਈਏ। ਸਾਨੂੰ ਇਉਂ ਲੱਗਦਾ ਹੈ ਜਿਵੇਂ ਕਿਸੇ ਸੰਤ ਦੇ ਕੋਲ ਬੈਠੇ ਹੋਈਏ, ਜਿਵੇਂ ਕਿਸੇ ਮਹਾਂਪੁਰਖ ਦੀਆਂ ਗੱਲਾਂ ਸੁਣ ਰਹੇ ਹੋਈਏ। ਤੁਹਾਡੇ ਜੀਵਨ ਵਿੱਚ ਇਹ ਤਬਦੀਲੀ ਕਿਵੇਂ? ਤਾਂ ਜਿਹੜਾ ਰਾਏ ਬੁਲਾਰ ਨੇ ਜਵਾਬ ਦਿੱਤਾ ਸੀ, ਸੁਣਨ ਵਾਲਾ ਕਮਾਲ ਦਾ ਅਕੀਦਾ ਸੀ ਉਸ ਦਾ। ਉਹਨੇ ਕਿਹਾ, ਮੈਂ ਸੋ ਜਾਊਂ ਗੁਰੂ ਨਾਨਕ ਕਹਤੇ ਕਹਤੇ, ਖੁੱਲੇ ਆਂਖ ਮੇਰੀ ਗੁਰੂ ਨਾਨਕ ਕਹਤੇ ਕਹਤੇ, ਹਬੀਬੇ ਖੁਦਾ ਕੋ ਖੁਦਾ ਜੈਸਾ ਸਮਝਾ, ਮੁਝੇ ਖੁਦਾ ਮਿਲ ਗਿਆ ਗੁਰੂ ਨਾਨਕ ਕਹਤੇ ਕਹਤੇ। ਰਾਏ ਬੁਲਾਰ ਕਹਿੰਦਾ, ਮੈਂ ਤਾਂ ਦੋ ਕੰਮ ਕੀਤੇ ਨੇ ਕਿ ਜਦੋਂ ਮੈਂ ਸੌਣ ਲੱਗਦਾ ਆਪਣੇ ਮੁਖ ਤੋਂ ਗੁਰੂ ਨਾਨਕ ਜੀ ਦਾ ਨਾਮ ਲੈ ਕੇ ਸੌਂਦਾ ਹਾਂ, ਤੇ ਜਦੋਂ ਸਵੇਰੇ ਮੇਰੀ ਅੱਖ ਖੁੱਲ੍ਹਦੀ ਹੈ ਤੇ ਮੇਰੇ ਮੂੰਹੋਂ ਇਹੀ ਨਿਕਲਦਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਗੁਰੂ ਨਾਨਕ ਦੀ ਸੰਗਤ ਕਰਦਿਆਂ, ਗੁਰੂ ਨਾਨਕ ਦਾ ਨਾਮ ਲੈਂਦਿਆਂ ਮੈਨੂੰ ਤੇ ਉਸ ਪ੍ਰਭੂ ਦੇ ਦੀਦਾਰ ਹੋ ਗਏ। ਇਹ ਜੀਵਨ ਵਿੱਚ ਜਿਹੜੀ ਤਬਦੀਲੀ ਹੈ, ਇਹ ਗੁਰੂ ਨਾਨਕ ਦੀ ਸੰਗਤ ਕਰਕੇ ਹੀ ਹੈ। ਜਦੋਂ ਖੇਤ ਮੱਝਾਂ ਨੇ ਚਰ ਲਿਆ, ਸ਼ਿਕਾਇਤ ਆਈ, ਦੇਖਿਆ ਗਿਆ ਮੌਕਾ, ਖੇਤ ਹਰਾ ਭਰਾ ਹੋਇਆ, ਗੁਰੂ ਨਾਨਕ ਸਾਹਿਬ ਦੀ ਇਹ ਅਜ਼ਮਤ ਵੇਖ ਕੇ ਵੀ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕਿਆ, ਨਮਸਕਾਰ ਕੀਤੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜੰਝੂ ਪਹਿਨਾਉਣ ਵਾਲਾ ਪਾਧਾ ਵੀ ਹੈਰਾਨ ਹੋ ਗਿਆ ਕਿ ਮੈਂ ਆਤਮਿਕ ਗੁਣਾਂ ਵਾਲੇ ਜੰਝੂ ਬਾਰੇ ਤਾਂ ਪਹਿਲੀ ਵਾਰ ਹੀ ਸੁਣਿਆ ਕਿ ਦਇਆ ਕਪਾਸ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ, ਨਾ ਏ ਟੁੱਟੈ ਨਾ ਮਲ ਲੱਗੈ, ਨਾ ਏ ਜਲੈ ਨ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਨੇ ਸਭ ਨੂੰ ਹੈਰਾਨ ਕਰ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਭੈਣ ਬੇਬੇ ਨਾਨਕੀ, ਜੋ ਕਿ ਸੁਲਤਾਨਪੁਰ ਦੀ ਧਰਤੀ ਤੇ ਭਾਈ ਪਰਮਾਨੰਦ ਜੀ ਦੇ ਸੁਪੁੱਤਰ ਭਾਈ ਜੈ ਰਾਮ ਜੀ ਦੇ ਨਾਲ ਵਿਆਹੇ ਹੋਏ ਸਨ, ਜਦੋਂ ਰਾਏ ਬੁਲਾਰ ਨੇ ਮਹਿਸੂਸ ਕੀਤਾ ਕਿ ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਕਈ ਵਾਰ ਨਿਰਾਸ਼ ਹੋ ਜਾਂਦੇ ਨੇ, ਤਾਂ ਉਹਨਾਂ
ਭਾਈ ਆ ਜੈ ਰਾਮ ਜੀ ਨੂੰ ਵੀ ਚਿੱਠੀ ਲਿਖੀ, ਦੌਲਤ ਖਾਂ ਲੋਧੀ ਨੂੰ ਵੀ ਸਿਫਾਰਿਸ਼ ਕੀਤੀ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਆ ਗਏ। ਮੋਦੀ ਦੀ ਡਿਊਟੀ ਕਰ ਲਈ। ਬੜਾ ਵੱਡਾ ਸਤਿਕਾਰਤ ਇੱਕ ਅਹੁਦਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਚੰਗੀ ਤਰ੍ਹਾਂ ਸਾਰੇ ਕੰਮ ਕਾਜ ਨੂੰ ਵੇਖਿਆ, ਨਿਰੀਖਣ ਕੀਤਾ, ਤੇ ਰਿਸ਼ਵਤਖੋਰੀ ਆਦਿ ਸਭ ਕੁਝ ਬੰਦ ਕਰ ਦਿੱਤਾ। ਤੇ ਗੁਰੂ ਸਾਹਿਬ ਮਹਾਰਾਜ ਗਰੀਬ ਗੁਰਬਿਆਂ ਦੀ ਮਦਦ ਕਰਦੇ, ਲੋੜਵੰਦਾਂ ਨੂੰ ਸਾਰਾ ਧਨ ਦੇ ਦਿੰਦੇ, ਉਹਨਾਂ ਤੇ ਖਰਚ ਕਰ ਦਿੰਦੇ ਖਲਕ ਦੀ ਸੇਵਾ ਵਾਸਤੇ। ਤੇ ਉਹਨਾਂ ਦੇ ਇਸ ਖੁੱਲੇ ਸੁਭਾਅ ਤੋਂ ਹੈਰਾਨ ਹੋ ਕੇ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਦੌਲਤ ਖਾਨ ਦੇ ਕੋਲ ਕਿ ਤੇਰੇ ਮੋਦੀ ਖਾਨੇ ਨੂੰ ਉਜਾੜ ਦੇਣਾ ਇਸ ਨਵੇਂ ਮੋਦੀ ਨੇ, ਉਹ ਤੇ ਉਂਝ ਹੀ ਲੁਟਾਈ ਜਾਂਦਾ ਸਭ ਧਨ ਦੌਲਤ। ਤਾਂ ਫਿਰ ਲੇਖਾ ਜੋਖਾ ਕਰਨਾ ਜ਼ਰੂਰੀ ਸਮਝਿਆ ਗਿਆ। ਮੁਨਸ਼ੀ ਜਾਦੋ ਰਾਏ ਨੂੰ ਇਸ ਕੰਮ ਦੇ ਬਾਰੇ ਕਿਹਾ ਗਿਆ ਕਿ ਤੁਸੀਂ ਹਿਸਾਬ ਕਿਤਾਬ ਕਰੋ, ਲੇਖਾ ਜੋਖਾ ਕਰੋ। ਉਹਨੇ ਜਦੋਂ ਹਿਸਾਬ ਕੀਤਾ ਤਾਂ 135 ਰੁਪਈਏ ਗੁਰੂ ਨਾਨਕ ਸਾਹਿਬ ਜੀ ਦੇ ਵਧੇ। ਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਜਿੱਥੇ ਬੇਵਿਸ਼ਵਾਸੀ ਹੋਵੇ, ਜਿੱਥੇ ਕੋਈ ਵਿਸ਼ਵਾਸ, ਕੋਈ ਭਰੋਸਾ ਨਾਂ ਦੀ ਚੀਜ਼ ਹੀ ਨਾ ਹੋਵੇ, ਜਿੱਥੇ ਸ਼ੱਕ ਹੀ ਭਾਰੂ ਹੋਵੇ, ਤੇ ਮਹਾਰਾਜ ਜੀ ਕਹਿੰਦੇ ਉਹ ਥਾਂ ਸਾਡੇ ਲਈ ਠੀਕ ਨਹੀਂ ਹੈ, ਉੱਥੇ ਅਸੀਂ ਕੰਮ ਭਲਾ ਕਿੱਦਾਂ ਕਰ ਸਕਦੇ ਹਾਂ। ਪਰ ਫਿਰ ਵੀ ਜੈ ਰਾਮ ਜੀ ਭੈਣ ਬੇਬੇ ਨਾਨਕੀ ਜੀ ਦੇ ਕਹਿਣ ਤੇ ਗੁਰੂ ਨਾਨਕ ਸਾਹਿਬ ਜੀ ਨੇ ਨੌਕਰੀ ਛੱਡੀ ਨਹੀਂ, ਉੱਥੇ ਕੰਮ ਕਰਦੇ ਰਹੇ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਖਲਕਤ ਦੀ ਸੇਵਾ ਕਰਦੇ ਰਹੇ। ਇੱਕ ਸਮਾਂ ਫਿਰ ਐਸਾ ਆਇਆ ਕਿ ਫਿਰ ਕਿਹਾ ਗਿਆ ਕਿ ਹਿਸਾਬ ਕਿਤਾਬ ਕੀਤਾ ਜਾਣਾ ਚਾਹੀਦਾ, ਲੇਖਾ ਜੋਖਾ ਹੋਣਾ ਚਾਹੀਦਾ ਹੈ। ਤਾਂ ਦੁਬਾਰਾ ਹਿਸਾਬ ਕਿਤਾਬ ਕੀਤਾ ਗਿਆ ਤਾਂ 321 ਰੁਪਈਏ ਵੱਧ ਨਿਕਲੇ। ਸਭ ਹੈਰਾਨ ਹੋ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੈ ਜੈਕਾਰ ਹੋਈ। ਦੌਲਤ ਖਾਂ ਲੋਧੀ ਵੀ ਹੈਰਾਨ ਸੀ। ਤੇ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇੱਕ ਦਿਨ ਐਸਾ ਕੌਤਕ ਵਰਤਾਇਆ, ਕਹਿ ਦਿੱਤਾ, ਦੱਸ ਦਿੱਤਾ ਕਿ ਸਾਡਾ ਜਿਹੜਾ ਕਾਰਜ ਹੈ ਉਹ ਬਹੁਤ ਭਾਰੀ ਹੈ। ਤੇ ਗੁਰੂ ਸਾਹਿਬ ਮਹਾਰਾਜ ਇੱਕ ਦਿਨ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ, ਬਾਹਰ ਨਾ ਆਏ। ਸਭ ਹੈਰਾਨ ਹੋ ਗਏ, ਰੌਲਾ ਪੈ ਗਿਆ, ਨਾਨਕ ਜੀ ਤਾਂ ਡੁੱਬ ਗਏ। ਭੈਣ ਬੇਬੇ ਨਾਨਕੀ ਜੀ ਦਾ ਨੇਚਾ ਡੋਲਿਆ ਨਹੀਂ। ਭੈਣ ਬੇਬੇ ਨਾਨਕੀ ਜੀ ਕਹਿੰਦੇ ਸੀ ਕਿ ਨਾਨਕ ਮੇਰਾ ਵੀਰ ਹੀ ਨਹੀਂ, ਇਹ ਤੇ ਮੇਰਾ ਪੀਰ ਹੈ। ਕਾਸ਼ ਸਾਨੂੰ ਬੇਬੇ ਨਾਨਕੀ ਜੀ ਵਾਲੀ ਦ੍ਰਿਸ਼ਟੀ ਪ੍ਰਾਪਤ ਹੋ ਜਾਵੇ। ਕਿੱਡਾ ਵੱਡਾ ਵਿਸ਼ਵਾਸ ਸੀ ਉਹਨਾਂ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਵੇਈ ਨਦੀ ਵਿੱਚੋਂ ਪ੍ਰਗਟ ਹੋਏ, ਸੰਤ ਘਾਟ ਵਾਲੇ ਸਥਾਨ ਤੇ ਬੈਠ ਉਹਨਾਂ ਨੇ ਆਖਿਆ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਦਿਨ ਸਿੱਧੇ ਮੋਦੀ ਖਾਨੇ ਆਏ। ਅੰਨ ਧਨ ਜੋ ਸਭ ਵਰਤਾਉਣ ਲੱਗ ਪਏ। ਗਰੀਬ ਗੁਰਬਿਆਂ ਨੂੰ ਦਿਲ ਖੋਲ ਕੇ ਮਹਾਰਾਜ ਜੀ ਨੇ ਅਨਾਜ ਵੰਡਿਆ। ਰੌਲਾ ਪੈ ਗਿਆ। ਦੌਲਤ ਖਾਂ ਨੂੰ ਕਹਿੰਦੇ ਤੂੰ ਆਪਣਾ ਇਹ ਸਾਲ ਭਰ ਦਾ ਲੇਖਾ ਜੋਖਾ ਕਰ ਲੈ। ਭਾਵੇਂ 2 ਵਾਰ ਪਹਿਲਾਂ ਨਾਨਕ ਜੀ ਦਾ ਵਾਅਦਾ ਨਿਕਲਿਆ, ਪਰ ਸਾਨੂੰ ਪਤਾ ਹੈ ਇਸ ਵਾਰ ਜ਼ਰੂਰ ਉਹਨਾਂ ਦੀ ਕੋਈ ਚਲਾਕੀ ਫੜੀ ਜਾਵੇਗੀ। ਜਾਦੋ ਰਾਏ ਨੂੰ ਕਿਹਾ ਵੀ ਤੂੰ ਚੰਗੀ ਤਰ੍ਹਾਂ ਹਿਸਾਬ ਕਿਤਾਬ ਕਰ। ਜਾਦੋ ਰਾਏ ਮੁਨਸ਼ੀ ਅਤੇ ਖਜ਼ਾਨਚੀ ਭਵਾਨੀ ਦਾਸ 5 ਦਿਨ ਲੱਗੇ ਰਹੇ, ਮੱਥਾ ਮਾਰਦੇ ਰਹੇ, ਤੇ ਆਖਰ ਮੂੰਹ ਜਾ ਲਟਕਾ ਕੇ ਆ ਕੇ ਕਹਿੰਦੇ ਨੇ ਦੌਲਤ ਖਾਂ ਲੋਧੀ ਨੂੰ, ਕਹਿੰਦੇ ਹੁਣ ਤਾਂ 760 ਰੁਪਈਏ ਵੱਧ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 760 ਰੁਪਈਏ ਵੱਧ ਗਏ। ਦੌਲਤ ਖਾਂ ਨੇ ਉਹਨਾਂ ਸਭਨਾਂ ਨੂੰ ਝਿੜਕਿਆ ਜਿਹੜੇ ਚੁਗਲੀਆਂ ਲਾਉਂਦੇ ਸਨ। ਆਖਿਆ ਜਾਓ ਨਾਨਕ ਜੀ ਨੂੰ ਬੁਲਾ ਕੇ ਲਿਆਓ। ਨਾਨਕ ਜੀ ਨੂੰ ਕਿਹਾ ਕਿ ਇਹ ਤੁਸੀਂ ਆਪਣੇ ਵਧੇ ਪੈਸੇ ਲੈ ਲਓ, ਰੱਖ ਲਓ। ਗੁਰੂ ਸਾਹਿਬ ਜੀ ਕਹਿੰਦੇ ਅਸੀਂ ਇਹ ਕੀ ਕਰਨੇ ਨੇ, ਇਹ ਫਕੀਰਾਂ ਦੀ ਦੌਲਤ ਹੈ, ਫਕੀਰਾਂ ਦੀ ਸੇਵਾ ਤੇ ਲਾ ਦਿਓ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਿਤਾ ਬਾਹਰ ਬੈਠੇ ਨੇ, ਸੱਚ ਦਾ ਉਪਦੇਸ਼ ਦਿੰਦੇ ਨੇ।
ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਜੀ ਨੇ ਭੈਣ ਬੇਬੇ ਨਾਨਕੀ ਤੋਂ ਪੈਸੇ ਲੈ ਕੇ ਸੁਲਤਾਨਪੁਰ ਦੇ ਨੇੜੇ ਪਿੰਡ ਭਰੋਆਣੇ ਤੋਂ ਰਬਾਬ ਲਿਆਉਣ ਵਾਸਤੇ ਭੇਜਿਆ। ਭਾਈ ਫਿਰੰਦਾ ਆਪ ਚੱਲ ਕੇ ਆਇਆ, ਰਬਾਬ ਭੇਟ ਕੀਤੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਜਲੰਦੇ ਨੂੰ ਤਾਰਨ ਦਾ ਆਪਣੇ ਮਨ ਵਿੱਚ ਪ੍ਰੋਗਰਾਮ ਉਲੀਕਿਆ ਹੈ। ਅੱਜ ਕਾਜੀ ਅਤੇ ਦੌਲਤ ਖਾਂ ਲੋਧੀ ਸ਼ਿਕਾਇਤ ਲੈ ਕੇ, ਇੱਕ ਸ਼ੱਕ ਮਨ ਵਿੱਚ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਉਂਦੇ ਨੇ। ਗੁਰੂ ਸਾਹਿਬ ਜੀ, ਤੁਸੀਂ ਕਿਹਾ ਨਾ ਕੋ ਹਿੰਦੂ ਨਾ ਮੁਸਲਮਾਨ, ਕਿ ਸਾਨੂੰ ਕੋਈ ਹਿੰਦੂ ਮੁਸਲਮਾਨ ਨਜ਼ਰ ਨਹੀਂ ਆਉਂਦਾ। ਕਮਾਲ ਹੈ, ਹਿੰਦੂਆਂ ਦੀ ਤਾਂ ਗੱਲ ਛੱਡੋ, ਸਾਡਾ ਮੁਸਲਮਾਨਾਂ ਦਾ ਤਾਂ ਰਾਜ ਹੈ, ਤੁਸੀਂ ਕਹਿੰਦੇ ਮੁਸਲਮਾਨ ਹੀ ਦਿਸਦਾ ਨਹੀਂ। ਇਹ ਗੱਲ ਕੀ ਹੋਈ? ਤਾਂ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਭਾਈ, ਮੁਸਲਮਾਨ ਕਹਾਵਨ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਔਲ ਦੀਨ ਕਰ ਮਿੱਠਾ, ਮਸ਼ਕਲ ਮਾਨਾ ਮਾਲ ਮੁਸਾਵੈ। ਹੋਏ ਮੁਸਲਿਮ ਦੀਨ ਮੁਹਾਣੈ, ਮਰਨ ਜੀਵਨ ਕਾ ਭਰਮ ਚੁਕਾਵੈ। ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੈ। ਤਉ ਨਾਨਕ ਸਰਬ ਜੀਆਂ ਮਿਹਰਮਤ ਹੋਏ, ਤਾਂ ਮੁਸਲਮਾਨ ਕਹਾਵੈ। ਮਹਾਰਾਜ ਜੀ ਕਹਿੰਦੇ ਮੁਸਲਮਾਨ ਬਣਨਾ ਬੜਾ ਔਖਾ ਹੈ। ਆਪਣੇ ਅੰਦਰੋਂ ਧਨ ਦੌਲਤ ਦਾ ਗੁਮਾਨ ਖਤਮ ਕਰਨਾ ਪਏਗਾ, ਦੀਨ ਨੂੰ ਪਿਆਰ ਕਰਨਾ ਪਏਗਾ। ਤੇ ਮਹਾਰਾਜ ਜੀ ਨੇ ਕਿਹਾ ਕਿ ਇਹੋ ਜਿਹਾ ਮੁਸਲਮਾਨ ਜਿਹੜਾ ਆਹ 5 ਨਮਾਜ਼ਾਂ ਪੜ੍ਹਦਾ ਹੋਵੇ, ਸਾਨੂੰ ਕਿਧਰੇ ਨਜ਼ਰ ਨਹੀਂ ਆਉਂਦਾ। 5 ਨਮਾਜ਼ਾਂ ਵਕਤ 5, ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੈ, ਤਾਂ ਮੁਸਲਮਾਨ ਸਦਾਏ। ਗੁਰੂ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਇਆ, ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ, ਜਾਂ ਮੁਰਦਾਰ ਨਾ ਖਾਏ, ਗੱਲੀ ਪਿਸਤ ਨਾ ਜਾਈਐ, ਛੁੱਟੈ ਸੱਚ ਕਮਾਏ। ਮਾਰਨ ਪਾਹੇ ਹਰਾਮ ਮੈਂ, ਹੋਏ ਹਲਾਲ ਨਾ ਜਾਏ, ਨਾਨਕ ਗੱਲੀ ਕੂੜੀ, ਕੂੜੋ ਪੱਲੇ ਪਾਏ। ਮਹਾਰਾਜ ਜੀ ਨੇ ਕਿਹਾ ਮਸੀਤ ਕਿਹੜੀ ਹੋਵੇ, ਮੁਸੱਲਾ ਕਿਹੜਾ ਹੋਵੇ, ਤੁਹਾਡੀ ਕੁਰਾਨ ਕਿੱਦਾਂ ਦੀ ਹੋਵੇ, ਸੁਨਨਤ ਕੀ ਹੈ, ਰੋਜ਼ਾ ਕੀ ਹੈ। ਮਹਾਰਾਜ ਜੀ ਨੇ ਕਿਹਾ ਕਾਬਾ ਕੀ ਹੈ, ਕਲਮਾ ਕਿਹੜਾ ਹੈ। ਮਹਾਰਾਜ ਦਾ ਬਚਨ ਅਸੀਂ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਨਤ ਸੀਲ ਰੋਜ਼ਾ, ਹੋ ਮੁਸਲਮਾਨ, ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ, ਤਸਬੀ ਸਾਤ ਇਸ ਭਾਵ ਸੀ, ਨਾਨਕ ਰੱਖੈ ਲਾਜ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜੋ ਵੀ ਮਿਲਿਆ, ਮਹਾਰਾਜ ਜੀ ਨੇ ਉਹਨੂੰ ਆਪਣਾ ਜੀਵਨ ਸਵਾਰਨ ਦੀ ਗੱਲ ਕੀਤੀ, ਨੀਅਤ ਨੂੰ ਸ਼ੁੱਧ ਕਰਨ ਦੀ ਗੁਰੂ ਨਾਨਕ ਸਾਹਿਬ ਜੀ ਨੇ ਸਭ ਨੂੰ ਸਿੱਖਿਆ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਵਡਿਆਈਆਂ, ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼, ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਜੇ ਕੋਈ ਸੁਣ ਲਵੇ, ਗੁਰੂ ਦੀ ਸਿੱਖਿਆ ਨੂੰ ਜੇ ਕੋਈ ਸੁਣ ਕੇ ਮਨ ਵਿੱਚ ਧਾਰਨ ਕਰ ਲਵੇ, ਤੇ ਉਹ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਕੇ ਮਾਲਕ ਦੀ ਦਰਗਾਹ 'ਚ ਪ੍ਰਵਾਨ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ, ਉਹਨਾਂ ਦੀ ਵਡਿਆਈ ਬੇਅੰਤ ਵੱਡੀ ਹੈ। ਕਵੀ ਸੰਤੋਖ ਸਿੰਘ ਜੀ ਨੇ ਬੜਾ ਸੋਹਣਾ ਲਿਖਿਆ ਹੈ। ਉਹ ਕਹਿੰਦੇ ਨੇ ਕਿ ਯੁਗਲ ਚਰਨ ਮਾ ਬੰਦਨਾ, ਧਰ ਪਰ ਧਰ ਕਰ ਮਾਤ, ਕਿ ਜਿਹੜੇ ਗੁਰੂ ਨਾਨਕ ਸਾਹਿਬ ਜੀ ਹਨ ਨਾ, ਉਹਨਾਂ ਦੇ ਚਰਨਾਂ ਤੇ ਮੈਂ ਆਪਣੀ ਨਮਸਕਾਰ ਕਰਦਾ ਹਾਂ, ਮੈਂ ਸਿਰ ਧਰਤੀ ਤੇ ਰੱਖ ਕੇ ਉਹਨਾਂ ਨੂੰ ਸਿਜਦਾ ਕਰਦਾ ਹਾਂ, ਕਿਉਂਕਿ ਗੁਰੂ ਨਾਨਕ ਸਾਹਿਬ ਐਸੇ ਨੇ, ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ, ਜੁਗਲ ਚਰਨ ਮਾ ਮੰਦਨਾ, ਧਰ ਪਰ ਧਰ ਕਰ ਮਾਤ। ਗੁਰੂ ਨਾਨਕ ਸਾਹਿਬ ਸੱਚੇ ਪਿਤਾ ਜੀ ਦੀਆਂ ਵਡਿਆਈਆਂ ਤਾਂ ਬੇਅੰਤ ਹਨ। ਉਹਨਾਂ ਦੀਆਂ ਵਡਿਆਈਆਂ ਤਾਂ ਭਾਵੇਂ ਆਪਾਂ ਕਈ ਜਨਮ ਕਰਦੇ ਰਹੀਏ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਸੋ ਸਮੇਂ ਦੀ ਸਮਾਪਤੀ ਹੈ। ਗੁਰੂ ਸਾਹਿਬ ਮਹਾਰਾਜ ਜੀ ਦੀ ਉਸਤਤ ਕਰਦਿਆਂ, ਉਹਨਾਂ ਦੀਆਂ ਵਡਿਆਈਆਂ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ, ਖਿਮਾ ਕਰ ਦੇਣੀਆਂ। ਸਮੁੱਚੀ ਸਾਧ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।